ਸਾਹਿਬ। ਤਾਂ ਭਉ ਕੇਹਾ ਹਉ ਤੁਧ ਬਿਨ ਕਿਸ ਸਾਲਾਹੀ। ਏਕ ਤੂੰ ਤਾਂ ਸਭ ਕਿਛ ਹੈ, ਮੈਂ ਤੁਧ ਬਿਨ ਦੂਜਾ ਕੋ ਨਾਹੀ। ਬਾਬਾ ਬਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ। ਮੈਂ ਨਾਮ ਤੇਰਾ ਆਧਾਰ, ਰੱਖਿਆ ਕਰੋ ਗੁਸਾਈ ਮੇਰੇ। ਮੈਂ ਨਾਮ ਤੇਰਾ ਆਧਾਰ। ਧੰਨ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹਿਲਾ ਨੌਵਾਂ। ਸਾਧੋ ਰਚਨਾ ਰਾਮ ਬਨਾਈ। ਇਕ ਬਿਨਸੈ ਇਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਸਾਧੋ ਰਚਨਾ ਰਾਮ ਬਨਾਈ। ਇਕ ਬਿਨਸੈ ਇਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਬਿਸਰਾਈ। ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿ ਨਾਈ। ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਜਬਰ ਛਤਰ ਤਖਤ ਦੇ ਮਾਲਕ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਮਹਾਨ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਸੁਭਾਇਮਾਨ ਹੋ ਕਰਕੇ ਬਹੁਤ ਅਦਬ ਸਤਕਾਰ ਸਹਿਤ
ਭਾਈ ਹਰਭਜਨ ਸਿੰਘ ਜਗਾਦਰੀ ਵਾਲੇ, ਤਿੰਨਾਂ ਦੇ ਜਥੇ ਪਾਸੋਂ ਜਿੱਥੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਧੰਨ 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 ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ। ਤਿੰਨਾਂ ਦਾ ਸ਼ਤਾਬਦੀ ਦਿਹਾੜਾ, ਇਹ ਸਾਰਾ ਸਾਲ ਸਮੁੱਚੇ ਸਿੱਖ ਜਗਤ ਨੇ ਬੜੀ ਸ਼ਿੱਦਤ, ਸ਼ਰਧਾ ਭਾਵਨਾ ਦੇ ਨਾਲ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣਨ ਦਾ ਯਤਨ ਕਰਨਾ ਹੈ। ਉਸੇ ਯਤਨ ਦੇ ਵਿੱਚੋਂ ਹੀ ਅਗਲੀਆਂ ਲਗਭਗ 4-5 ਵੀਕਾਂ ਸਾਡਾ ਵੀ ਯਤਨ ਹੈ ਕਿ ਆਪ ਸੰਗਤ ਦੇ ਰੂਬਰੂ ਬਹੁਤ ਸੁਚੱਜੇ ਢੰਗ ਦੇ ਪ੍ਰੋਗਰਾਮ ਉਲੀਕੇ ਜਾਣ। ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜਿੱਥੇ ਕਥਾ ਦਰਬਾਰ ਦੇ ਬਾਬਤ ਸੋਚਿਆ ਵਿਚਾਰਿਆ ਗਿਆ ਹੈ, ਅਗਲੇ ਹਫਤੇ ਦਿਨ ਐਤਵਾਰ ਨੂੰ ਉੱਥੇ ਨਾਲ ਹੀ ਕੰਟੀਨਿਊ ਕੀਰਤਨ ਦਰਬਾਰ ਦੀ ਲੜੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਮੈਂ ਕੋਈ ਵੀ ਬੇਨਤੀ ਕਥਾ ਦੇ ਰੂਪ ਵਿੱਚ ਕਰਨ ਤੋਂ ਪਹਿਲਾਂ ਆਗਾਹ ਕਰਨ ਵਾਸਤੇ ਕਿ ਸਾਧ ਸੰਗਤ, ਇਹ ਸਾਰੇ ਕਾਰਜ ਤਾਂ ਹੀ ਸਕਾਰਥਾ ਤੇ ਸਫਲਾ ਨੇ ਜੇ ਤੁਸੀਂ ਅਸੀਸ ਬਖਸ਼ੋਗੇ, ਤੁਸੀਂ ਹਾਜ਼ਰੀ ਭਰੋਗੇ। ਫਿਰ ਜਿੰਨਾ ਵੀ ਪ੍ਰਬੰਧ ਵੱਲੋਂ ਕੀਤਾ ਉਪਰਾਲਾ ਹੈ, ਮੈਨੂੰ ਜਾਪਦਾ ਹੈ ਕਿ ਅਸੀਂ ਉਸ ਦਾ ਵਧੇਰੇ ਲਾਭ ਪ੍ਰਾਪਤ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਗਿਆਨੀ ਅਮਰੀਕ ਸਿੰਘ ਹੋਰਾਂ ਨੇ ਪਿਛਲੇ ਐਤਵਾਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਗੌੜੀ ਰਾਗ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਹਿਲਾ ਸ਼ਬਦ ਸੀ, ਉਸ ਦੀ ਸਾਂਝ ਆਪ ਸੰਗਤ ਨਾਲ ਬਣਾਈ ਸੀ। ਤੇ ਇਹ ਬੜਾ ਸਪਸ਼ਟ ਹੈ, ਜਦੋਂ ਗੁਰੂ ਸਾਹਿਬ ਸਾਧ ਹੋ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਹੈ, ਯਤਨ ਕਰਕੇ, ਸਾਧਨਾ ਕਰਕੇ, ਵਿਕਾਰਾਂ ਵੱਲੋਂ ਹਟਾ ਕੇ, ਤੇ ਮਹਾਰਾਜ ਨੂੰ ਭਲੀ ਭਾਂਤ ਇਸ ਗੱਲ ਦਾ ਅਹਿਸਾਸ ਹੈ ਕਿ ਜਿਹੜਾ ਆਮ ਮਨੁੱਖ ਹੈ ਉਸ ਨੇ ਪ੍ਰਚਲਿਤ ਵਹਿਣ ਦੇ ਵਿੱਚ ਵਹਿ ਜਾਣਾ ਹੁੰਦਾ ਹੈ। ਨੈਰੇਟਿਵ, ਇਹਨੂੰ ਸਾਡੀ ਪੰਜਾਬੀ ਬੋਲੀ 'ਚ ਬਿਰਤਾਂਤ ਕਹਿੰਦੇ ਨੇ। ਜਿਸ ਤਰ੍ਹਾਂ ਦਾ ਬਿਰਤਾਂਤ ਆਮ ਮਨੁੱਖ ਦੇ ਸਾਹਮਣੇ ਘੜਿਆ ਜਾਂਦਾ ਹੈ, ਜੇ ਤੇ ਅੰਦਰੋਂ ਕੋਈ ਟਿਕਿਆ ਹੋਇਆ ਹੈ, ਜੁੜਿਆ ਹੋਇਆ ਹੈ, ਉਹ ਤੇ ਕਹਾਣੀ ਨੂੰ ਸਮਝੇਗਾ, ਨਹੀਂ ਤਾਂ ਵੱਡਾ ਹਿੱਸਾ ਉਸੇ ਬਿਰਤਾਂਤ ਦੇ ਵਹਿਣ ਵਿੱਚ ਵਹਿ ਜਾਂਦਾ ਹੈ ਤੇ ਵਹਿ ਜਾਇਆ ਕਰਦਾ ਹੈ। ਤੇ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਦੋਂ ਆਪਣੇ ਆਪ ਨੂੰ ਸਾਧੂ ਅਖਵਾਣ ਵਾਲਿਆਂ ਨੂੰ ਸੰਬੋਧਨ ਹੁੰਦੇ ਨੇ, ਤੇ ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ। ਮਹਾਰਾਜ ਨੇ ਉਹਨਾਂ ਨੂੰ ਪਹਿਲੀ ਗੱਲ ਪਤਾ ਕੀ ਕਹੀਏ? ਕਹਿੰਦੇ ਤੁਸੀਂ ਦੱਸਦੇ ਤੇ ਹੋ ਕਿ ਅਸੀਂ ਮਨ ਨੂੰ ਸਾਧਿਆ ਹੋਇਆ, ਸਾਧ ਲਿਆ ਹੈ, ਪਰ ਹਕੀਕਤ ਇਹ ਹੈ, ਜੇ ਪੰਕਤੀ ਯਾਦ ਹੈ ਤੇ ਜ਼ਰੂਰ ਬੋਲਿਆ ਜੇ, ਸਾਧੋ ਮਨ ਕਾ ਮਾਣ ਤਿਆਗੋ। ਮਨ ਦਾ ਮਾਣ ਅਜੇ ਤੁਸੀਂ ਨਹੀਂ ਤਿਆਗਿਆ। ਹੁਣ ਉਸ ਪੱਧਰ ਦੇ ਉੱਤੇ ਜਿਹੜਾ ਵੀ ਬੰਦਾ ਜ਼ਿੰਦਗੀ ਜਿਉ ਰਿਹਾ ਹੈ, ਸੁਭਾਵਿਕ ਤੌਰ ਦੇ ਉੱਤੇ ਉਹਦੀ ਸੋਚ, ਉਹਦੇ ਫੈਸਲੇ, ਉਹਦਾ ਵਿਚਾਰ, ਜਿਸ ਜੀਵਨ ਦੇ ਵਿੱਚ ਉਹ ਵਿਚਰ ਤੇ ਪਸਰ ਰਿਹਾ ਹੈ, ਉਹਦੇ ਤੇ ਆਧਾਰਿਤ ਹੋਣਗੇ। ਜਿਹੜੀ ਅੱਜ ਕਿਰਪਾ ਹਜ਼ੂਰ ਨੇ ਕੀਤੀ ਹੈ, ਉਹ ਵੀ ਸਾਧੋ ਅੱਖਰ ਤੋਂ ਹਜ਼ੂਰ ਸ਼ੁਰੂ ਕਰਦੇ ਨੇ, ਪ੍ਰਾਰੰਭ ਕਰਦੇ ਨੇ। ਤੇ ਅੱਜ ਮੇਰੇ ਮਾਲਕ ਨੇ ਸਾਧੇ ਹੋਏ ਮਨ ਵਾਲਿਆਂ ਨੂੰ ਕਮਾਲ ਦੀ ਗੱਲ ਦੱਸੀ ਹੈ। ਤੇ ਮੈਨੂੰ ਨਹੀਂ ਲੱਗਦਾ ਵੀ ਜਿੰਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ ਸਮੇਤ ਮੇਰੇ, ਸਾਨੂੰ ਇਸ ਗੱਲ ਦਾ ਕੋਈ ਭੁਲੇਖਾ ਹੋਵੇ।
ਲਫ਼ਜ਼ ਕੀ ਨੇ ਵੀ ਮਨ ਨੂੰ ਸਾਧਨ ਵਾਲਿਓ, ਇਹ ਦੁਨੀਆ ਦੀ ਰਚਨਾ ਹੈ ਜਿਹੜੀ, ਇਹ ਕਿਸੇ ਬੰਦੇ ਨੇ ਨਹੀਂ ਕੀਤੀ। ਸਾਧੋ ਰਚਨਾ ਰਾਮ ਬਣਾਈ। ਰਾਮ ਦਾ ਮਤਲਬ ਮੇਰੇ ਖਿਆਲ ਦੇ ਵਿੱਚ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਪਸ਼ਟ ਹੈ ਕਿ ਜਿੱਥੇ ਦਸ਼ਰਥ ਦੇ ਪੁੱਤਰ ਦਾ ਜ਼ਿਕਰ ਆਇਆ ਹੈ ਤੇ ਉੱਥੇ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਾ ਸਪਸ਼ਟ ਕਿਹਾ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ, ਸ਼ਲੋਕ ਵਾਰਾਂ ਤੇ ਵਧੀਕ। ਉਹਦੇ ਬਾਬਤ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬੜਾ ਐਲਾਨੀਆ। ਮੈਨੂੰ ਲੱਗਦਾ ਨਹੀਂ ਇਹਨਾਂ ਸਾਰੇ ਲਫ਼ਜ਼ਾਂ ਨੂੰ ਅੱਗੇ ਵਿਸਤਾਰ ਵਿੱਚ ਖੋਲ੍ਹਣ ਦੀ ਲੋੜ ਹੈ। ਮਹਾਰਾਜ ਆਖਦੇ ਨੇ, ਜੁਗਾਂ ਜੁਗਾਂ ਕੇ ਰਾਜੇ ਕੀਏ, ਗਾਵੇਂ ਕਰ ਅਵਤਾਰੀ। ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕੀਤੀ, ਪਾਂਡੇ ਹੇ ਪੰਡਤ ਤੁਮਰਾ ਰਾਮਚੰਦ। ਇਹ ਤੇ ਬਿਲਕੁਲ ਪੂਰਾ ਕੰਪਲੀਟ ਨਾਂ ਸਪਸ਼ਟ ਹੋ ਗਿਆ ਵੀ ਜਿਹੜਾ ਤੇਰਾ ਰਾਮਚੰਦਰ ਹੈ, ਜਿਹਨੂੰ ਤੂੰ ਕਹਿਣਾ ਬਨਵਾਸ ਵਾਲੀ ਗੱਲ ਹੈ ਜਿਹੜੀ। ਸੋ ਭੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰ ਪਰ ਹੋਈ, ਘਰ ਕੀ ਜੋਏ ਗਵਾਈ ਥੀ। ਇਹ ਉਹਦੀ ਪੂਰੀ ਦੀ ਪੂਰੀ ਜੀਵਨ ਬਰਤਾਂਤ ਦੀ ਜਿਹੜੀ ਕਹਾਣੀ ਹੈ, ਮੇਰੇ ਹਜ਼ੂਰ ਨੇ 2 ਲਫ਼ਜ਼ਾਂ ਦੇ ਵਿੱਚ ਸੰਸਾਰ ਦੇ ਸਨਮੁਖ ਉਜਾਗਰ ਕਰ ਦਿੱਤੀ। ਹੁਣ ਥੋੜਾ ਜਿਹਾ ਹੋਰ ਅੱਗੇ ਚੱਲੀਏ। ਇਹ ਪੰਕਤੀ ਤਵੱਜੋ ਦੇ ਕੇ ਸਮਝਿਆ ਜੀ। ਜਦੋਂ ਮਹਾਰਾਜ ਕਹਿੰਦੇ ਨੇ, ਰਾਮ ਕਹਿਨ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ। ਉਹ ਭੇਦ ਕੀ ਹੈ? ਹਜ਼ੂਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭੇਦ ਨੂੰ ਖੋਲਿਆ ਤੇ ਮਾਲਕ ਕਹਿਣ ਲੱਗੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ। ਸਿੱਖੋ, ਯਕੀਨ ਜਾਣੋ, ਸੱਚੀ ਮੁੱਚੀ ਗੁਰੂ ਨਾਨਕ ਧੰਨ ਹੈ, ਜਿਹਦੇ ਘਰ ਵਿੱਚ ਨਾ ਅੱਲਾ ਕਹਿਣ ਦਾ ਪਰਹੇਜ ਹੈ, ਨਾ ਰਾਮ ਕਹਿਣ ਦੀ ਮਨਾਹੀ ਹੈ, ਤੇ ਨਾ ਕਿਸੇ ਨੂੰ ਇਨਕਰੇਜ ਕੀਤਾ ਹੈ ਕਿ ਤੂੰ ਸਿਰਫ ਵਾਹਿਗੁਰੂ ਵਾਹਿਗੁਰੂ ਹੀ ਬੋਲ। ਜਿਸ ਨਾਂ ਨਾਲ ਵੀ ਦੁਨੀਆ ਨੇ ਰੱਬ ਨੂੰ ਸੰਬੋਧਨ ਕੀਤਾ, ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੂੰ ਧੰਨ ਹੈ। ਇਸ ਤੋਂ ਅੱਗੇ ਚੱਲੀਏ। ਧਰਮਾਂ ਦੀ ਦੁਨੀਆ ਦੇ ਵਿੱਚ ਸਾਰੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰੀਏ, ਉਹਨਾਂ ਨੂੰ ਗਹਿਰਾਈ ਦੇ ਨਾਲ ਪੜ੍ਹੀਏ ਤੇ ਸਮਝੀਏ, ਤੇ ਸਿੱਖ ਦਾ ਸਿਰ ਉੱਚਾ ਉੱਠਦਾ ਹੈ, ਯਕੀਨੀ ਉੱਠਦਾ ਹੈ। ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਸੁਣਿਆ ਜੇ ਧਿਆਨ ਨਾਲ, ਤੇਰੇ ਮੁਸਲਮਾਨ ਹੋਣ ਤੇ, ਤੇਰੇ ਹਿੰਦੂ ਹੋਣ ਤੇ, ਤੇਰੇ ਸਿੱਖ ਹੋਣ ਤੇ, ਤੇਰੇ ਈਸਾਈ, ਜੈਨੀ, ਬੋਧੀ, ਪਾਦਰੀ, ਪਾਰਸੀ ਕੁਝ ਵੀ ਹੋਣ ਤੇ ਮੈਨੂੰ ਇਤਰਾਜ਼ ਨਹੀਂ ਹੈ। ਮੈਂ ਲਫ਼ਜ਼ ਸਿੱਖ ਵੀ ਨਾਲ ਐਡ ਕੀਤਾ ਇਸ ਵਾਸਤੇ ਤਵੱਜੋ ਦੇ ਕੇ ਸਮਝਿਆ ਜੇ ਤੇ ਮਨ ਨੂੰ ਵੱਡਾ ਕਰਿਆ ਜੀ। ਕਾਰਨ ਕਹਿਣ ਲੱਗੇ, ਇਤਰਾਜ਼ ਇਹ ਹੈ, ਤੂੰ ਆਪਣੇ ਆਪ ਨੂੰ ਮੁਸਲਮਾਨ ਵੀ ਕਹਾਵੇਂ ਤੇ ਜਿਹੜੇ ਕਰਮ ਮੁਸਲਮਾਨ ਨੂੰ ਕਰਨੇ ਚਾਹੀਦੇ ਨੇ ਹਿਊਮਨ ਬੀਇੰਗ ਬਣ ਕੇ, ਉਹ ਤੂੰ ਨਾ ਕਰੇ। ਜਿਹੜਾ ਕੁਰਾਨ ਦੀਆਂ ਹਦੀਸਾਂ ਨੇ, ਕੁਰਾਨ ਦੀਆਂ ਆਇਤਾਂ ਨੇ ਜੀਵਨ ਦੀ ਸਿੱਖਿਆ ਦਿੱਤੀ ਏ, ਉਹਨੂੰ ਤੂੰ ਨਾ ਮੰਨੇ ਤੇ ਫਿਰ ਤੇਰੇ ਤੇ ਸਵਾਲ ਖੜਾ ਹੋਣਾ ਬਣਦਾ ਜਾਂ ਨਹੀਂ ਬਣਦਾ। ਪਾਠ ਗੁਰੂ ਗ੍ਰੰਥ ਸਾਹਿਬ ਦਾ, ਮੁਸਲਮਾਨ ਕਹਾਵਨ ਮੁਸ਼ਕਲ, ਜੇ ਹੋਏ ਤਾਂ ਮੁਸਲਮਾਨ ਕਹਾਵੈ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ। ਰੱਬ ਕੀ ਰਜ਼ਾਏ, ਤੇ ਸਿੱਖਾਂ ਨੂੰ ਕੀ ਕਹੇ? ਹੁਕਮ ਰਜ਼ਾਈ ਚੱਲਣਾ। ਜਦੋਂ ਅਸੀਂ ਸ਼ਿੱਦਤ ਦੇ ਨਾਲ ਮਨ ਨੂੰ ਟਿਕਾ ਕੇ ਪੜਾਂਗੇ ਨਾ, ਗੁਰੂ ਰੂਪ ਸਾਧ ਸੰਗਤ, ਸਾਨੂੰ ਗੁਰੂ ਨੇ ਐਵੇਂ ਹੀ ਬਣਾਇਆ ਹੈ, ਬਾਹਰੋਂ ਭੋਲਾ ਅੰਦਰੋਂ ਸਿਆਣਾ। ਮੈਂ ਸਵੇਰੇ ਵੀ ਇਹ ਬੇਨਤੀ ਕੀਤੀ ਸੀ, ਫਿਰ ਦੁਹਰਾਉਣ ਲੱਗਾ। ਬਿਰਤਾਂਤ ਘੜਨ ਵਾਲਿਆਂ ਨੂੰ, ਨੈਰੇਟਿਵ ਸਾਜਣ ਵਾਲਿਆਂ ਨੂੰ ਲੱਗਦਾ ਹੈ ਕਿ ਜੇ ਇਹ ਕੋਈ ਪੀਲੇ ਰੰਗ ਦਾ
ਨਿਸ਼ਾਨ ਸਾਹਿਬ ਦੇ ਰੂਪ ਦੇ ਵਿੱਚ ਝੰਡਾ ਚੁੱਕਣਗੇ ਤੇ ਅਸੀਂ ਇਸ ਵੇਲੇ ਇਹਨਾਂ ਦੀ ਮੁਖਾਲਫਤ ਕਰਨੀ ਹੈ। ਉਸੇ ਹੀ ਵੇਲੇ ਉਸ ਨਿਸ਼ਾਨ ਸਾਹਿਬ ਦੀ ਅਗਵਾਈ ਥੱਲੇ ਅਗਰ ਕੋਈ ਆਪਣੇ ਆਪ ਨੂੰ ਲੇਖੇ ਲਾ ਰਿਹਾ ਤੇ ਉੱਥੇ ਉਹਦੀ ਵਡਿਆਈ ਕਰਨੀ। ਏਡਾ ਵੱਡਾ ਡਰਾਮਾ ਸਿੱਖ ਆਪਣੀ ਜ਼ਿੰਦਗੀ 'ਚ ਨਾ ਸੋਚ ਸਕਦਾ ਨਾ ਕਰ ਸਕਦਾ। ਮੈਂ ਕਹਿਣਾ ਕੀ ਚਾਹੁੰਦਾ, ਜਿੱਥੇ ਤੇ ਸਾਡੀ ਜਿੰਦ ਦੀ ਲੋੜ ਹੈ ਉੱਥੇ ਸਿੱਖ ਸਾਡੇ ਹਮਾਇਤੀ ਨੇ, ਭਰਾ ਨੇ, ਪਤਾ ਨਹੀਂ ਕਿਹੜੇ ਕਿਹੜੇ ਲਫ਼ਜ਼ ਘੜੇ ਨੇ, 9 ਮਾਸ ਦਾ ਰਿਸ਼ਤਾ, ਕਈ ਕੁਝ ਹੋਰ। ਪਰ ਜਿੱਥੇ ਨਹੀਂ ਲੋੜ ਉੱਥੇ ਬੜਾ ਸਪਸ਼ਟ ਹੈ, ਇਹ ਟੈਰਰਿਸਟ ਨੇ, ਇਹ ਆਤੰਕਵਾਦੀ ਨੇ, ਇਹਨਾਂ ਦੀ ਸੋਚ ਮਾੜੀ ਹੈ, ਪਹਿਰਾਵਾ ਵੱਖਰਾ ਹੈ, ਇਹ ਫਲਾਣਾ ਬੋਲਦੇ ਨੇ, ਫਲਾਣਾ ਕਰਦੇ ਨੇ। ਮੈਂ ਫੇਰ ਵਾਪਸ ਆਉਣ ਲੱਗਾ, ਜਿਨ੍ਹਾਂ ਦੇ ਮਨਾਂ ਅੰਦਰ ਉਹ ਖਿਆਲ ਘਰ ਕੀਤਾ ਹੋਇਆ ਹੈ ਉਹ ਤਾਂ ਸੋਚਦੇ ਪਏ ਨੇ ਕਿ ਆਕਸੀਜਨ ਦੇ ਸਿਲੰਡਰ ਵੰਡਣੇ ਚੰਗੀ ਗੱਲ ਨਹੀਂ, ਕਿਉਂਕਿ ਜਿੱਦਣ ਸਿੱਖ ਨੂੰ ਲੋੜ ਹੈ ਜਾਂ ਲੋੜ ਪਵੇਗੀ ਕਿਸੇ ਨੇ ਨਹੀਂ ਖਲੋਣਾ। ਮਨ ਟਿਕਾ ਕੇ ਸੁਣਿਆ ਜੇ ਸਾਧ ਸੰਗਤ, ਇਹ ਹਕੀਕਤ ਹੈ। ਇਸ ਗੱਲ ਦਾ ਗੁਰੂ ਨਾਨਕ ਸਾਹਿਬ ਨੂੰ ਵੀ ਪਤਾ ਸੀ, ਇਸ ਗੱਲ ਦਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਵੀ ਪਤਾ ਸੀ, ਤੇ ਇਸ ਗੱਲ ਦਾ ਅਜੋਕੇ ਸਿੱਖ ਨੂੰ ਵੀ ਪਤਾ ਹੈ। ਪਰ ਜਿਸ ਸਾਂਚੇ ਵਿੱਚ ਸਾਨੂੰ ਘੜਿਆ ਉਹ ਸਾਂਚਾ ਕੀ ਉਪਦੇਸ਼ ਕਰਦਾ ਦੁਨੀਆ ਨੂੰ? ਉਹ ਸਾਂਚਾ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਗੱਲ ਸਾਨੂੰ ਮਜਬੂਰ ਕਰਦੀ ਹੈ, ਸੰਸਾਰ 'ਚ ਕਿਤੇ ਕੋਈ ਦੁੱਖ ਹੋਵੇ ਸਿੱਖ ਦਾ ਹਿਰਦਾ ਵਲੂੰਦਰਿਆ ਜਾਂਦਾ ਹੈ। ਕਿਤੇ ਕੋਈ ਤੰਗੀ ਤਰੁੱਟੀ ਪਰੇਸ਼ਾਨੀ ਹੋਵੇ ਤੇ ਸਿੱਖ ਨੂੰ ਅਹਿਸਾਸ ਹੈ ਇਹਦੇ ਨਾਲ ਭਾਵੇਂ ਮੇਰਾ ਦੂਰ ਦਰਾਡੇ ਦਾ ਵਾਸਤਾ ਨਹੀਂ, ਤੇ ਇਹ ਚੇਤੇ ਰੱਖਿਆ ਜੇ ਕਦੇ ਵੀ ਖੂਨ ਦੇ ਨਾਲ ਖੂਨ ਨੂੰ ਧੋਤਾ ਨਹੀਂ ਜਾ ਸਕਦਾ। ਬੜਾ ਵੱਡਾ ਅਫਸਰ ਹੈ ਸਾਂਗਵਾਨ, ਤੇ ਜਿਨੇ ਬੇਬਾਕੀ ਦੇ ਨਾਲ ਇਹ ਗੱਲ ਕਹੀ ਹੈ ਕਿ ਮੈਂ ਇਮੋਸ਼ਨਲ ਹੋ ਕੇ, ਪ੍ਰਭਾਵਿਤ ਹੋ ਕੇ ਜਾਂ ਕਿਸੇ ਦੀਆਂ ਗੱਲਾਂ 'ਚ ਆ ਕੇ ਸਿੱਖ ਧਰਮ ਨਹੀਂ ਅਪਣਾ ਰਿਹਾ। ਪਿਛਲੇ ਹਫ਼ਤੇ ਦੀ ਖਬਰ ਹੈ, ਜੋ ਕਰੋਨਾ ਵਾਇਰਸ ਦੇ ਦੌਰਾਨ ਮਖਲੂਕਾਤ ਦੀ ਸਿੱਖਾਂ ਨੇ ਸੇਵਾ ਕੀਤੀ ਹੈ, ਜੋ ਇਨਸਾਨੀਅਤ ਦੇ ਪ੍ਰਤੀ, ਹਿਊਮੈਨਿਟੀ ਦੇ ਪ੍ਰਤੀ ਸਿੱਖਾਂ ਦੇ ਮਨ ਵਿੱਚ ਦਰਦ ਹੈ, ਉਹਨੇ ਮੇਰੇ ਅੰਦਰ ਨੂੰ ਝੰਜੋੜਿਆ। ਉਹ ਕਿਸੇ ਹੋਰ ਧਰਮ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ। ਤੇ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਇਸ ਰਿਜ਼ਲਟ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਫਿਰ ਸੱਚੀ ਮੁੱਚੀ ਫਕਰ ਨਾਲ ਸਿਰ ਵੀ ਉੱਚਾ ਹੁੰਦਾ ਹੈ ਤੇ ਧੰਨ ਗੁਰੂ ਨਾਨਕ ਤੇ ਧੰਨ ਸਿੱਖੀ ਕਹਿਣ ਨੂੰ ਵੀ ਜੀ ਕਰਦਾ। ਤੇ ਫਿਰ ਮਨ ਅੰਦਰ ਇਹ ਖਿਆਲ ਵੀ ਹਲੂਣਾ ਦਿੰਦੇ ਨੇ, ਦਾਤਿਆ ਕਿੱਡੀ ਤੇਰੀ ਬਖਸ਼ਿਸ਼ ਹੈ